ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਰਿੰਦਰ ਸਿੰਘ ਸਾਡੇ ਇਸ ਵਿਲੱਖਣ ਸ਼ੋਅ ਟਾਕਿੰਗ ਪੰਜਾਬ ਦੇ ਵਿੱਚ ਸਵਾਗਤ ਕਰਦਾ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਟਾਕਿੰਗ ਪੰਜਾਬ ਦੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਕ ਅਜਿਹੀ ਘਟਨਾ ਦੀ ਗੱਲ ਕਰਾਂਗੇ, ਉਹਦੇ ਤੇ ਵਿਚਾਰ ਵਟਾਂਦਰਾ ਕਰਾਂਗੇ ਜਿਸ ਦੇ ਬਾਰੇ ਸ਼ਾਇਦ ਬਹੁਤੇ ਪੰਜਾਬੀਆਂ ਨੂੰ ਪਤਾ ਨਹੀਂ, ਦੇਸ਼ ਵਿਦੇਸ਼ ਦੇ ਵਿੱਚ ਪਤਾ ਨਹੀਂ। ਉਹ ਘਟਨਾਵਾਂ ਕੁਝ ਤਾਂ ਭਾਰਤੀ ਮੀਡੀਆ ਦੇ ਵਿੱਚ ਜ਼ਾਹਰ ਹੋਈਆਂ ਨੇ, ਕੁਝ ਨੂੰ ਜ਼ਾਹਰ ਨਹੀਂ ਕੀਤਾ ਗਿਆ। ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸੋ ਗੱਲ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਆਉਂਦੀ ਹੈ ਤੇ ਉਸ ਗ੍ਰਿਫਤਾਰੀ ਤੋਂ ਬਾਅਦ ਜਿਸ ਤਰੀਕੇ ਨਾਲ ਘਟਨਾਕ੍ਰਮ ਸਾਰਾ ਸਿਰਜਿਆ ਗਿਆ ਉਹਦੀ ਗੱਲ ਆਉਂਦੀ ਹੈ। ਉਹਦੇ ਤੇ ਭਾਰਤੀ ਪ੍ਰੈਸ ਨੇ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਹੈ ਉਹ ਸ਼ੋਰ ਮਚਾਇਆ। ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਵੇਂ ਸਿੱਖ ਅੱਤਵਾਦੀ ਹੋਣ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਕਾਰਵਾਈ ਸੀ, ਜਾਂ ਤਾਂ ਅੰਮ੍ਰਿਤ ਛਕਾਉਣ ਦੇ ਨਾਲ ਜਾਂ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਦੇ ਲਈ ਉਹ ਸਰਗਰਮ ਸੀ ਪੰਜਾਬ ਦੇ ਵਿੱਚ, ਪਰ ਸਾਰੀਆਂ ਘਟਨਾਵਾਂ ਨੂੰ ਇਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਕਿ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੰਡੀਅਨ ਪ੍ਰੈਸ ਆ ਉਸਨੇ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਉਸ ਨੂੰ। ਸੋ ਅੱਜ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਕਿ ਜਦੋਂ ਕੋਈ ਸਿੱਖ ਅਜਿਹੀ ਗੱਲ ਕਰਦਾ ਤਾਂ ਮੀਡੀਆ ਦੇ ਵਿੱਚ ਉਸ ਨੂੰ ਇੰਨੇ ਵੱਡੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ, ਪਰ ਜਦੋਂ ਕੋਈ ਬਹੁ ਗਿਣਤੀ ਦੇ ਨਾਲ ਸੰਬੰਧਿਤ ਜਾਂ ਜਿਹੜੀ ਹੁਕਮਰਾਨ ਪਾਰਟੀ ਹੈ ਭਾਰਤ ਦੇ ਵਿੱਚ, ਉਸ ਪਾਰਟੀ ਦੀ ਕੋਈ ਸੰਬੰਧਿਤ ਜਮਾਤ ਹੁੰਦੀ ਹੈ, ਉਹਦੇ ਵੱਲੋਂ ਕੁਝ ਅਜਿਹਾ ਕੀਤਾ ਜਾਂਦਾ ਹੈ ਜਿਹੜਾ ਸੱਚਮੁੱਚ ਅੱਤ ਪੇਸ਼ ਕਰਦਾ ਹੈ, ਅੱਤਵਾਦ ਦੇ ਨਾਲ ਜੁੜ ਜਾਂਦੀ ਹੈ ਜਿਹੜੀ ਗੱਲ, ਤਾਂ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਨਾ ਤਾਂ ਕੁਝ ਕਿਤੇ ਕਿਸੇ ਕੋਲੋਂ ਗ੍ਰਿਫਤਾਰ ਕਰਨ ਦੀ ਜਾਂ NSA ਲਾਉਣ ਦੀ ਮੰਗ ਕੀਤੀ ਜਾਂਦੀ ਹੈ, ਨਾ ਉਹਨਾਂ ਨੂੰ ਦੂਸਰੀਆਂ ਜੇਲ੍ਹਾਂ ਵਿੱਚ ਭੇਜੇ ਜਾਣ ਦੀ ਗੱਲ ਕੀਤੀ ਜਾਂਦੀ ਹੈ, ਬਲਕਿ ਉਸ ਦੇ ਉੱਤੇ ਮੈਂ ਕਹਿੰਦਾ ਕਿ ਉਸ ਨੂੰ ਇੰਜੋਏ ਕੀਤਾ ਜਾਂਦਾ ਉਹਨਾਂ ਗੱਲਾਂ ਨੂੰ। ਸੋ ਪਹਿਲਾਂ ਇੱਕ ਸਾਡੇ ਕੋਲ ਆਡੀਓ ਆਈ ਹੈ ਸਾਡੇ ਸਾਹਮਣੇ, ਹਿੰਦੀ ਦੇ ਵਿੱਚ ਬਜਰੰਗ ਦਲ ਤੇ ਕੁਝ ਹੋਰ ਜਥੇਬੰਦੀਆਂ ਨਾਲ ਸੰਬੰਧਿਤ ਲੋਕਾਂ ਨੇ ਮਥੁਰਾ ਦੇ ਵਿੱਚ ਇੱਕ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ 300 ਤੋਂ ਵੱਧ ਜਿਹੜੇ ਉਹਨਾਂ ਦੇ ਫਿਲਾਸਫਰ ਨੇ ਉਹਨਾਂ ਨੇ ਉੱਥੇ ਹਿੱਸਾ ਲੈ ਕੇ ਉਹਦੇ ਤੇ ਗੱਲਬਾਤ ਕੀਤੀ ਹੈ, ਵਿਉਂਤਬੰਦੀ ਕੀਤੀ ਹੈ। ਉਸ ਵਿਉਂਤਬੰਦੀ ਦੀ ਇੱਕ ਆਡੀਓ ਸੁਣਦੇ ਹਾਂ ਕਿਵੇਂ ਉਹ ਸਿੱਖਾਂ ਦੇ ਬਾਰੇ ਵਿਉਂਤ ਕਰ ਰਹੇ ਨੇ। अब पिछले 8 साल में क्या हुआ, हमने फिर से जो नैरेटिव का जो पावर है, रिलीजियन का जो पावर है, सैक्रेड बिलीफ्स का जो पावर है, उनको हमने उनका जो महत्व है उनको फिर से हम रियलाइज करना चालू कर दिया। तो हमें उसी तरीके से ठंडे दिमाग से उनको उनका आइडेंटिटी ही हम उनसे छीन लेना चाहिए। कैसे छीन लेंगे, ये हम पहले बोल चुके हैं कि कैसे छीन लेना चाहिए। अब दूसरी बात क्या है, तो बहुत सारे हमारे पास इंपॉर्टेंट आर्टिकल्स है, इंफॉर्मेशन है, उस इंफॉर्मेशन को हमें अब वेपनाइज करना चाहिए। उनको हम उनके ही गेम से अच्छे तरीके से डिस्ट्रॉय कर सकते हैं। सिर्फ हमें थोड़ा पढ़ना पड़ेगा और पढ़ के वो सब जो इंफॉर्मेशन है वो एग्रेसिवली पूरा सोसाइटी में फैलाना चाहिए। जैसे हम जिहादियों को पूरा समाज से अलग थलग कर चुके हैं, उनको बाय डिफॉल्ट उनको हम मतलब क्या बोल सकते हैं, डिफेक्टो सेकंड क्लास सिटीजन बना दिया है उनको, जो जिहादी है। उनको हमें इसी तरीके से प्रोपागंडा बोल लीजिए, इंफॉर्मेशन वॉरफेयर बोल लीजिए, या जो हमारा लिटरेचर जो बोल लीजिए, जो सिख लिटरेचर है उनको आप बोल लीजिए, ये सबको इस्तेमाल करके इनसे ही इनका आइडेंटिटी छीन लेना है और इनको डिफेक्टो सेकंड क्लास सिटीजन बना देना है। इनका जब भी इनका कोई नाम आएगा, जैसे कांग्रेस को हम थूकते हैं, कोई वो जब भी कोई बोलते हैं हम कांग्रेस का सपोर्टर है, तो वो एक गाली बन जाता है, वो एक हंसने का चीज बन जाता है। जो भी भिंद्रन वाले का बात करेगा उसको हम दोयम दर्जे का नागरिक बना देंगे। इस तरीके से हमें इस जंग को लड़ना चाहिए। ये जंग बैटल ऑफ हार्ट्स एंड माइंड्स है। और आप जानते हैं कि ये कनेक्टिकट अमेरिका का एक प्रोविंस है। उन्होंने ये हम जो रसिया को सपोर्ट कर रहे थे इतने दिन, तो उन्होंने हमें टाइट देने के लिए वहां पे बोल दिया है कि हाँ हम ये 28 अप्रैल को हम वो मानते हैं कि एक अच्छा दिवस है, उनको हम मानते हैं। तो अब ये बैटल ऑफ हार्ट्स एंड माइंड्स है, हमें इंफॉर्मेशन वारफेयर मतलब बहुत ਸੋ ਅਸੀਂ ਦੇਖਿਆ ਕਿ ਇਸ ਗੱਲਬਾਤ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਹੈਗੀ ਆ ਉਹ ਵਿਉਂਤਬੰਦੀ ਕੀਤੀ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਇਸ ਵਿਉਂਤਬੰਦੀ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਦੀ ਕਿ ਉਹ ਪ੍ਰਤੱਖ ਸਾਡੇ ਸਾਹਮਣੇ ਕਿਵੇਂ ਆ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਬਾਸਨਗੌੜਾ ਪਾਟਿਲ ਯੰਤਾਲ ਹੈ, ਕਰਨਾਟਕਾ ਦਾ ਇੱਕ MLA ਹੈ ਭਾਰਤੀ ਜਨਤਾ ਪਾਰਟੀ ਦਾ। ਉਸਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਵੀ ਬੰਦਾ ਹਿੰਦੂਆਂ ਦੇ ਖਿਲਾਫ ਕੋਈ ਗੱਲ ਕਰੇਗਾ ਉਸ ਨੂੰ ਗੋਲੀ ਮਾਰ ਦਿੱਤੀ ਜਾਏਗੀ। ਇਹ ਛੋਟੀ ਗੱਲ ਨਹੀਂ ਹੈਗੀ।
ਇੱਕ ਜ਼ਿੰਮੇਵਾਰ ਬੰਦਾ ਹੈਗਾ, ਚੁਣਿਆ ਹੋਇਆ ਬੰਦਾ ਲੋਕਾਂ ਦਾ, ਤੇ ਵਿਧਾਨ ਸਭਾ ਦਾ ਮੈਂਬਰ ਹੈ। ਉਸ ਦੇ ਖਿਲਾਫ ਕੋਈ FIR ਨਹੀਂ ਦਰਜ ਹੋਈ, ਕੋਈ ਕਿਸੇ ਨੇ ਸਟੇਟਮੈਂਟ ਵੀ ਨਹੀਂ ਦਿੱਤੀ ਕਿ ਉਸ ਨੂੰ ਗ੍ਰਿਫਤਾਰ ਕਰੋ ਜਾਂ ਕੋਈ ਉਹਦੇ ਤੇ ਕੇਸ ਦਰਜ ਕਰੋ। ਜੇ ਉਹ ਵਿਅਕਤੀ ਸਿੱਖ ਹੁੰਦਾ ਜਾਂ ਉਹਦੇ ਪੱਗ ਬੰਨੀ ਹੁੰਦੀ ਤਾਂ ਸਾਨੂੰ ਅੰਜਾਮ ਦਾ ਪਤਾ ਵੀ ਕੀ ਹੋ ਸਕਦਾ। ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ 27 ਅਪ੍ਰੈਲ 2023 ਨੂੰ ਦੰਤੇਵਾੜਾ 'ਚ ਮਾਓਵਾਦੀਆਂ ਨੇ 11 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ, ਗੋਲੀਆਂ ਮਾਰ ਕੇ। ਕਿਤੇ ਕਿਸੇ ਨੇ ਸੁਣਿਆ ਕਿ ਉੱਥੇ ਫੌਜ ਨੂੰ ਭੇਜ ਦਿਓ ਜਾਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ ਜਾਂ ਉਹਨਾਂ ਮਾਓਵਾਦੀਆਂ ਨੂੰ NSA ਦੇ ਤਹਿਤ ਅੰਦਰ ਬੰਦ ਕਰ ਦਿਓ। ਕੋਈ ਕਿਤੇ ਹੋ ਹੱਲਾ ਨਹੀਂ ਹੈਗਾ ਉਹਦੇ ਬਾਰੇ। ਖਬਰ ਵੀ ਮਾੜੀ ਜਿਹੀ ਆਈ ਹੈ, ਉਹ ਤੋਂ ਬਾਅਦ ਖਤਮ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ 16 ਫਰਵਰੀ 2023 ਨੂੰ ਮੋਨੂ ਮਨੇਸਰ ਹੈ, ਇੱਕ ਬਜਰੰਗ ਦਲ ਦਾ ਬੰਦਾ, ਉਹਨੇ ਆਪਣੇ ਦੂਜੇ ਗੁੰਡਿਆਂ ਦੇ ਨਾਲ ਮਿਲ ਕੇ, ਸਾਥੀ ਗੁੰਡਿਆਂ ਦੇ ਨਾਲ ਮਿਲ ਕੇ 2 ਮੁਸਲਮਾਨਾਂ ਨੂੰ ਹਰਿਆਣੇ ਦੇ ਵਿੱਚ ਜਿਉਂਦੇ ਸਾੜਤਾ। ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਤੇ ਜੇ ਅਜਨਾਲੇ ਵਾਲੀ ਘਟਨਾ ਜਿਹੜੀ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ, ਉਸ ਦੇ ਨਾਲ ਇਹਨੂੰ ਜੋੜ ਕੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਜਦੋਂ ਪੁਲਿਸ ਫੜਨ ਗਈ ਤਾਂ ਪੁਲਿਸ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਫੜ ਕੇ ਕੁੱਟਿਆ ਤੇ ਭਜਾਤਾ, ਤੇ ਉਹਦੇ ਬਾਰੇ ਕੋਈ ਇਸ ਤਰੀਕੇ ਦੀ ਕੋਈ ਖਬਰ ਨਹੀਂ ਭਾਰਤੀ ਮੀਡੀਆ ਚੈਨਲਾਂ ਦੇ ਉੱਤੇ। ਜਿਵੇਂ ਅਜਨਾਲਾ ਦੀ ਘਟਨਾ ਤੋਂ ਬਾਅਦ ਪੂਰੇ ਭਾਰਤੀ ਮੀਡੀਆ ਨੇ ਹੋ ਹੱਲਾ ਮਚਾਇਆ ਸੀ। ਇਸ ਤਰੀਕੇ ਦਾ ਅਸੀਂ ਕੰਪੈਰੇਟਿਵ ਸਟੱਡੀ ਹੈ ਇਹ। ਤੁਸੀਂ ਜਦੋਂ ਕੰਪੈਰੇਟਿਵਲੀ ਗੱਲ ਕਰਨੀ ਹੈ ਜਾਂ ਦੇਖਣਾ ਘਟਨਾਵਾਂ ਨੂੰ, ਉੱਥੋਂ ਪਤਾ ਲੱਗਦਾ ਕਿ ਪੰਜਾਬ ਤੇ ਬਾਕੀ ਸੂਬਿਆਂ ਦੇ ਲੋਕਾਂ ਦੇ ਵਿੱਚ ਕਿੰਨਾ ਫਰਕ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਹੈ ਮੀਡੀਆ ਵੀ ਤੇ ਸਟੇਟ ਵੀ ਵਰਤਾਅ ਕਰਦੀ ਹੈ। 25 ਅਪ੍ਰੈਲ 2023 ਨੂੰ ਅਸੀਂ ਦੇਖਦੇ ਹਾਂ ਕਿ ਐਂਟੀ ਇੰਡੀਆ ਸੈਂਟੀਮੈਂਟਸ ਇਨ ਪੰਜਾਬ, ਇਹ ਦਾ ਹਿੰਦੂ ਅਖਬਾਰ ਹੈ ਇੱਕ, ਉਹਦੀ ਖਬਰ ਹੈ ਐਂਟੀ ਇੰਡੀਆ ਸੈਂਟੀਮੈਂਟਸ ਇਨ ਪੰਜਾਬ। ਉਹਦੇ ਤੇ ਇੱਕ ਕਾਨਫਰੰਸ ਹੁੰਦੀ ਹੈ, ਨਾਟ ਓਨਲੀ ਵੀਕਨਸ ਦਾ ਕੰਟਰੀ ਬਟ ਪੋਰਟਰੇਸ ਇੰਡੀਆ ਇਨ ਅ ਬੈਡ ਲਾਈਟ ਐਬਰੋਡ। ਇਹ ਗੱਲ ਆਲ ਇੰਡੀਆ ਇੰਟੈਲੈਕਚੁਅਲ ਗਰੁੱਪ ਮੀਟ, ਜਿਹੜੀ ਅਖਿਲ ਭਾਰਤੀ ਬੌਧਿਕ ਵਰਗ ਦੀ ਮੀਟ ਹੁੰਦੀ ਹੈ, ਜਿਹਦੇ 'ਚ 300 ਤੋਂ ਵੱਧ ਜਿਹੜੇ ਫਿਲਾਸਫਰ ਨੇ, ਵਿਦਵਾਨ ਨੇ, ਉਹ ਹਿੱਸਾ ਲੈਂਦੇ ਨੇ। ਤਾਂ ਇਹ ਗੱਲਾਂ ਨੂੰ ਜਦੋਂ ਅਸੀਂ ਕੰਪੈਰੇਟਿਵ ਸਟੱਡੀ ਦੇ ਅਧੀਨ ਵਿਚਾਰਦੇ ਹਾਂ ਤਾਂ ਸਾਡੇ ਸਾਹਮਣੇ ਜਿਹੜਾ ਹੈ ਉਹ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਨੈਰੇਟਿਵ ਹੈ ਉਹ ਬਣ ਰਿਹਾ, ਉਸਰ ਰਿਹਾ, ਸਾਡੇ ਸਾਹਮਣੇ ਆਉਂਦਾ। ਫਰਕ ਹੈ, ਇਹ ਘਟਨਾਵਾਂ ਦੇ ਵਿੱਚ ਫਰਕ ਹੈ। ਇੱਕ ਬਹੁ ਗਿਣਤੀ ਦੇ ਲੋਕਾਂ ਵੱਲੋਂ ਇੱਕ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਤੇ ਇੱਕ ਪੰਜਾਬ ਦੇ ਵਿੱਚ ਜਿਹੜੀ ਚਿਰਾਂ ਤੋਂ ਚੱਲੀ ਆ ਰਹੀ, ਖਾਸ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਇੰਗਲੈਂਡ ਲੈ ਕੇ ਜਾਣ ਤੋਂ ਬਾਅਦ ਜਿਹੜੀ ਕਦੇ ਪ੍ਰਚੰਡ ਰੂਪ ਦੇ ਵਿੱਚ ਤੇ ਕਦੇ ਹੌਲੀ ਹੌਲੀ ਜਿਹੜੀ ਇੱਕ ਲਗਾਤਾਰ ਸਟਰਗਲ ਚੱਲ ਰਹੀ ਹੈ, ਇੱਕ ਉਸ ਨੂੰ ਪਰਨਾਏ ਹੋਏ ਲੋਕ ਨੇ, ਇੱਕ ਉਹਦੇ ਬਾਰੇ ਗੱਲ ਕਰਨ ਵਾਲੇ ਲੋਕ ਨੇ। ਫਰਕ ਆ ਜਾਂਦਾ ਇੱਥੇ। ਤੇ ਇੱਕ ਜਿਹੜਾ ਰਾਜ ਭਾਗ 1947 ਤੋਂ ਬਾਅਦ ਮਿਲਿਆ ਹੋਇਆ, ਜਿਸ ਦੇ ਵਿੱਚ ਅਖੌਤੀ ਕਿਸਮ ਦੀ ਜਿਹੜੀ ਆਜ਼ਾਦੀ ਅਸੀਂ ਕਹਾਂਗੇ, ਉਸ ਨੂੰ ਪਰਪੱਕ ਕਰਨ ਦੇ ਲਈ, ਉਸ ਨੂੰ ਪੱਕਿਆਂ ਕਰਨ ਦੇ ਲਈ ਇੱਕ ਜਿਹੜਾ ਸਟੇਟ ਵੱਲੋਂ ਸਿਰਜੀ ਗਈ ਜਿਹੜੀ ਇੱਕ ਪ੍ਰਕਿਰਿਆ, ਉਸ ਨੂੰ ਅੰਜਾਮ ਦੇ ਰਹੇ ਨੇ ਜਿਹੜੇ ਲੋਕ, ਉਹਨਾਂ ਦਾ ਨੈਰੇਟਿਵ ਹੈ ਜਿਹੜਾ ਉਹ ਅਸੀਂ ਦੇਖ ਰਹੇ ਹਾਂ। ਇੱਕ ਪਿੱਛੇ ਜਿਹੀ ਸਟੇਟਮੈਂਟ ਆਈ ਹੈ, ਇਹੋ ਜਿਹੀ ਜਿਹੜੇ ਇਹਨਾਂ ਦੇ ਸੰਮੇਲਨ ਹੁੰਦੇ ਨੇ, ਉਹਨਾਂ ਦੇ ਵਿੱਚ ਹੀ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਇਹ ਠੋਕ ਵਜਾ ਕੇ ਗੱਲ ਕੀਤੀ ਹੈ। ਉਸ ਨੂੰ ਅਸੀਂ ਇੱਥੇ ਦਿਖਾ ਨਹੀਂ ਰਹੇ ਅਸੀਂ ਵੀਡੀਓਜ਼ ਦੀ, ਤੇ ਉਹ ਪੂਰਾ ਅਨਾਉਂਸ ਕਰਦਾ ਸਟੇਜ ਦੇ ਉੱਤੋਂ ਕਿ ਜੇ ਕੋਈ ਮੁੰਡਾ ਸਿੱਖਾਂ ਦੀ ਕੁੜੀ ਨੂੰ ਆਪਣੇ ਜਾਲ 'ਚ ਫਸਾਉਂਦਾ ਤਾਂ ਉਸ ਨੂੰ 7 ਲੱਖ ਇਨਾਮ ਦਿੱਤਾ ਜਾਏਗਾ, 7 ਲੱਖ ਰੁਪਈਆ ਕੈਸ਼। ਤੇ ਜੇ ਕੋਈ ਮੁਸਲਮਾਨਾਂ ਦੀ ਲੜਕੀ ਨੂੰ ਉਸ ਤਰੀਕੇ ਨਾਲ ਆਪਣੇ ਜਾਲ ਦੇ ਵਿੱਚ ਫਸਾਉਂਦਾ ਤਾਂ ਉਸ ਨੂੰ 3 ਲੱਖ ਰੁਪਈਆ ਦਿੱਤਾ ਜਾਏਗਾ। ਤੇ ਜੇ ਕੋਈ ਹੋਰ ਘੱਟ ਗਿਣਤੀ ਜਾਂ ਮੂਲ ਨਿਵਾਸੀਆਂ ਨਾਲ ਸੰਬੰਧਿਤ ਜਾਂ ਦਲਿਤਾਂ ਦੀ ਕੁੜੀ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਤਾਂ ਉਸ ਨੂੰ 2 ਲੱਖ ਰੁਪਈਆ ਇਨਾਮ ਦਿੱਤਾ ਜਾਏਗਾ। ਸੋ ਇਹ ਕੈਟਾਗਰਾਈਜ਼ ਕੀਤਾ ਜਾ ਰਿਹਾ ਹੁਣ। ਇਹਦੇ ਬਾਰੇ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਕਿ ਆਪਣੇ ਹੀ ਲੋਕ ਨੇ ਕਿ ਤੁਹਾਨੂੰ ਇਹ ਸਾਰਾ ਕੁਝ ਗਲਤ ਲੱਗਦਾ। ਅਸੀਂ ਇਹ ਗੱਲਾਂ, ਮੈਂ ਇਹ ਗੱਲਾਂ ਪਿਛਲੇ 10 ਸਾਲ ਤੋਂ ਲਗਾਤਾਰ ਕਰ ਰਹੇ ਹਾਂ। ਸੋ ਇਹ ਪ੍ਰਤੱਖ ਰੂਪ ਦੇ ਵਿੱਚ ਹੁਣ ਜ਼ਾਹਰ ਹੋ ਰਹੀਆਂ ਨੇ। ਮੈਨੂੰ ਉਦੋਂ ਵੀ ਉਹ ਲੋਕ ਇਹੋ ਹੀ ਕਹਿੰਦੇ ਸੀ ਕਿ ਤੁਸੀਂ ਸੁਰਿੰਦਰ ਸਿੰਘ ਗਲਤ ਸੋਚ ਰਹੇ ਹੋ, ਗਲਤ ਕਹਿ ਰਹੇ ਹੋ, ਅਜਿਹਾ ਕੁਝ ਵੀ ਨਹੀਂ ਹੈ। ਪਰ ਹੁਣ ਇਹ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ। ਉਹ ਲੋਕਾਂ ਕੋਲ ਵੀ ਇਹ ਵੀਡੀਓ ਪਹੁੰਚਣੀ ਹੈ, ਉਹਨਾਂ ਲੋਕਾਂ ਨੇ ਵੀ ਇਹ ਵੀਡੀਓ ਦੇਖਣੀ ਹੈ ਕਿ ਇਹ ਸਾਰਾ ਕੁਝ ਜੋ ਪਹਿਲਾਂ ਅਸੀਂ ਕਹਿ ਰਹੇ ਸੀ, ਜਿਸ ਦਾ ਖਦਸ਼ਾ ਅਸੀਂ ਪਹਿਲਾਂ ਪ੍ਰਗਟ ਕਰ ਰਹੇ ਸੀ, ਉਹ ਗੱਲਾਂ ਹੁਣ ਸੱਚ ਹੋ ਰਹੀਆਂ ਨੇ।
ਤਾਂ ਕੀ ਉਹ ਆਪਣੇ ਆਪਣੇ ਸੋਸ਼ਲ ਮੀਡੀਆ ਨੈਟਵਰਕਸ ਤੋਂ, ਪਲੇਟਫਾਰਮਸ ਤੋਂ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ? ਹਾਂ, ਸਾਡੇ ਬਹੁਤ ਸਾਰੇ ਲੋਕਾਂ ਨੇ ਇਹ ਗੱਲਬਾਤ ਕੀਤੀ ਹੈ, ਮੈਂ ਧੰਨਵਾਦ ਕਰਦਾ ਉਹਨਾਂ ਦਾ। ਤੇ ਇਸ ਗੱਲ ਨੂੰ ਸਾਨੂੰ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਚਾਹੀਦਾ। ਸਾਡੇ ਆਪਣੇ ਭਾਈ ਬੰਧੂਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੀਆਂ ਬੱਚੀਆਂ ਨਾਲ ਇਹ ਗੱਲ ਵਿਚਾਰਨੀ ਚਾਹੀਦੀ ਹੈ, ਤਾਂ ਕਿ ਉਹ ਜਦੋਂ ਵੀ ਕੋਈ ਅਜਿਹੀਆਂ ਥਾਵਾਂ ਦੇ ਉੱਤੇ ਵਿਚਰਨ, ਅਜਿਹੀਆਂ ਥਾਵਾਂ ਦੇ ਉੱਤੇ ਜਾਣ, ਘੱਟੋ ਘੱਟ ਚੌਕਸ ਰਹਿਣ ਉਹ ਇਹਨਾਂ ਗੱਲਾਂ ਦੇ ਉੱਤੋਂ, ਇਹਨਾਂ ਵਾਰਦਾਤਾਂ ਦੇ ਉੱਤੋਂ। ਸਾਨੂੰ ਇਸ ਦੇ ਬਾਰੇ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ। ਇੱਕ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਸਾਡੇ ਮਿੱਤਰ ਨੇ ਜਿਹੜੇ ਉਹ ਬਹੁ ਗਿਣਤੀ ਦੇ ਨਾਲ, ਘੱਟ ਗਿਣਤੀ ਦੇ ਨਾਲ, ਵੱਖ-ਵੱਖ ਮਜ਼ਹਬਾਂ ਦੇ ਨਾਲ ਸੰਬੰਧ ਰੱਖਦੇ ਨੇ। ਸਾਡਾ ਆਪਸ ਦੇ ਵਿੱਚ ਇੰਨਾ ਪਿਆਰ ਹੈ ਕਿ ਜਦੋਂ ਅਸੀਂ ਅਜਿਹੀਆਂ ਗੱਲਾਂ ਸੁਣਦੇ ਹਾਂ ਤਾਂ ਸਾਨੂੰ ਯਕੀਨ ਨਹੀਂ ਆਉਂਦਾ ਕਿ ਇਹੋ ਜਿਹੇ ਲੋਕ ਵੀ ਹੈ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਉਹ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਆਪਣਾ ਕੋਈ ਮਜ਼ਹਬ ਨਹੀਂ ਹੁੰਦਾ, ਉਹਨਾਂ ਦਾ ਕੋਈ ਦੀਨ ਈਮਾਨ ਨਹੀਂ ਹੈ, ਤੇ ਸਟੇਟ ਉਹਨਾਂ ਨੂੰ ਜਿਹੜੀ ਹੈ ਥਾਪੜਾ ਦਿੰਦੀ ਹੈ। ਉਹ ਸਟੇਟ ਦੇ ਉਹ ਕਿਹੜੇ ਯੰਤਰ ਨੇ, ਕਿਹੜੇ ਤੰਤਰ ਨੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਤਿਆਰ ਕਰ ਰਹੇ ਨੇ, ਇਹ ਸਮਝਣ ਦੀ ਗੱਲ ਹੈ। 1945 ਦੇ ਵਿੱਚ, 46 ਦੇ ਵਿੱਚ ਵੀ ਕੁਝ ਅਜਿਹੇ ਸਿਰ-ਫਿਰੇ ਲੋਕ ਜਿਹੜੇ RSS ਜਥੇਬੰਦੀ ਨਾਲ ਸੰਬੰਧ ਰੱਖਦੇ ਸਨ। ਮਹਾਤਮਾ ਗਾਂਧੀ ਦੇ ਪੋਤਰੇ ਰਾਜ ਮੋਹਨ ਗਾਂਧੀ ਨੇ ਆਪਣੀ ਕਿਤਾਬ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਪੰਜਾਬ ਦਾ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੈ ਕਿ 1945-46 ਦੇ ਵਿੱਚ ਜਿਸ ਵੇਲੇ ਪੰਜਾਬ ਬਿਲਕੁਲ ਸੁੱਖ ਸ਼ਾਂਤੀ ਦੇ ਨਾਲ ਆਪਣਾ ਵਕਤ ਲੰਘਾ ਰਿਹਾ ਸੀ, ਉਸ ਵੇਲੇ ਲਾਹੌਰ, ਰਾਵਲਪਿੰਡੀ ਅਤੇ ਕੁਝ ਅਜਿਹੀਆਂ ਥਾਵਾਂ ਦੇ ਉੱਤੇ RSS ਨੇ ਆਪਣੇ ਵਰਕਰ ਭੇਜ ਕੇ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਹੈ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਜਿਹੜੇ ਨਾਅਰੇਬਾਜ਼ੀ ਕੀਤੀ ਅਤੇ ਕਿਰਪਾਨਾਂ ਦੇ ਨਾਲ, ਤਰਸ਼ੂਲਾਂ ਦੇ ਨਾਲ ਉਹਨਾਂ ਤੇ ਕਈ ਥਾਵਾਂ ਤੇ ਹਮਲੇ ਕੀਤੇ, ਜਿਨ੍ਹਾਂ ਦੇ ਜਵਾਬ ਦੇ ਵਿੱਚ ਉਹ ਹਿੰਸਾ ਸ਼ੁਰੂ ਹੋਈ ਸੀ। ਫਿਰ ਸੋ ਇਹਨਾਂ ਚਾਲਾਂ ਨੂੰ, ਇਹਨਾਂ ਕੋਸ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਕੀ ਆਉਣ ਵਾਲਾ ਸਮਾਂ ਜਿਹੜਾ ਹੈ ਕੁਝ ਅਜਿਹੀ ਪੇਸ਼ਨਗੋਈ ਕਰ ਰਿਹਾ ਹੈ ਕਿ ਕੋਈ ਪੰਜਾਬ ਦੀ ਆਜ਼ਾਦੀ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਵਾਪਰਨ ਵਾਲੀਆਂ ਨੇ ਕਿ ਜਿਹੜੀ ਇਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਹਦੇ ਬਾਰੇ ਅਸੀਂ ਗੱਲ ਨੂੰ ਅੱਗੇ ਚੱਲ ਕੇ ਹੋਰ ਖੋਲਾਂਗੇ, ਕਿਉਂਕਿ ਮੁਸਲਮਾਨਾਂ ਨੇ ਇੱਕ ਮੀਟਿੰਗ ਕੀਤੀ ਹੈ ਬੀਤੇ ਦਿਨੀ, ਜਿਹਦੇ 'ਚ ਡਾਕਟਰ ਫਾਰੂਕ ਅਬਦੁੱਲਾ, ਜੰਮੂ ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ, ਉਹਨੇ ਵੀ ਹਿੱਸਾ ਲਿਆ। ਉਹਨਾਂ ਨੇ ਇੱਕ ਅਜਿਹੀ ਗੈਰ ਸਿਆਸੀ ਪਰ ਸਮਾਜਿਕ ਜਿਹੜੀ ਲਾਮਬੰਦੀ ਕਰਨ ਦਾ ਸੰਕੇਤ ਦਿੱਤਾ, ਜਿਹੜਾ ਪਿਛਲੇ ਲਗਾਤਾਰ 15-20 ਸਾਲਾਂ ਤੋਂ ਉਹ ਕਹਿ ਰਹੇ ਨੇ ਕਿ ਸਾਡੇ ਤੇ ਜ਼ੁਲਮ ਹੋ ਰਿਹਾ, ਕਿ ਅਸੀਂ ਇਸ ਤੋਂ ਨਿਜਾਤ ਪਾਉਣ ਲਈ ਸਮਾਜਿਕ ਤੌਰ ਦੇ ਉੱਤੇ ਇਕੱਠੇ ਹੋਣ ਵਾਲੇ ਹਾਂ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ, ਤੁਸੀਂ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ। ਸਾਡਾ YouTube ਤੇ ਚੈਨਲ ਲਾਈਕ ਕਰੋ, ਉਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ www.satlujnetwork.com ਤੇ ਜਾ ਕੇ ਸਾਡਾ ਜਿਹੜਾ ਖਬਰਾਂ ਦਾ ਸੰਸਾਰ ਆ ਉਹਦੇ 'ਚ ਆਪਣੀ ਜਾਣ ਪਹਿਚਾਣ ਕਰ ਸਕਦੇ ਹੋ। ਜੇਕਰ ਤੁਸੀਂ ਨਿੱਜੀ ਤੌਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ surinder.singh@satlujtv.com ਦੇ ਉੱਤੇ ਮੈਨੂੰ ਈਮੇਲ ਵੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ੍ਰੀ ਅਕਾਲ।